ਬਾਣੀ ਪੜ੍ਹਦੇ ਹਾਂ, ਸੋਹਿਲਾ ਸਾਹਿਬ ਦੀ ਪਾਵਨ ਬਾਣੀ। ਸਾਡੇ ਦੋ ਪ੍ਰਕਾਰ ਦਾ ਮਾਈਂਡ ਹੁੰਦਾ ਹੈ, ਕੌਂਸ਼ੀਅਸ ਮਾਈਂਡ, ਸਬ ਕੌਂਸ਼ੀਅਸ ਮਾਈਂਡ। ਜਦੋਂ ਆਪਾਂ ਸੌਂ ਜਾਂਦੇ ਹਾਂ, ਜਿਹਨੂੰ ਆਪਾਂ ਕਹੀਏ ਚੇਤਨ ਮਨ, ਸਾਡਾ ਡੀਐਕਟਿਵ ਹੋ ਜਾਂਦਾ। ਜਦੋਂ ਸੋ ਗਏ ਅਚੇਤਨ ਮਨ ਉੱਥੇ, ਤੇ ਗੁਰੂ ਕਾ ਸ਼ਬਦ ਅਚੇਤਨ ਮਨ ਨੂੰ ਸਵਾਰ ਕੇ ਰੱਖ ਦਿੰਦਾ। ਤੇ ਜਿਹਦਾ ਅਚੇਤਨ ਮਨ ਸਬ ਕੌਂਸ਼ੀਅਸ ਮਾਈਂਡ ਵਿੱਚ ਜੋ ਕੁਝ ਆ ਗਿਆ, ਉਹ ਕਰਮਾਂ 'ਚ ਵੀ ਵਰਤ ਜਾਣਾ, ਸੁਭਾਅ ਵਿੱਚ ਵੀ ਜ਼ਰੂਰ ਵਰਤ ਜਾਣਾ। ਗੁਰੂ ਸਾਈ ਇਹਨੂੰ, ਵੈਸੇ ਗੁਰਮੁਖ ਪਿਆਰਿਆਂ ਨੇ ਇਹਨੂੰ ਰਾਖੀ ਦਾ ਸ਼ਬਦ, ਰਾਖੀ, ਰੱਖਿਆ ਦੀ ਬਾਣੀ, ਵੈਸੇ ਸਾਰੀ ਬਾਣੀ ਰੱਖਿਆ ਹੈ। ਕੋਈ ਸ਼ਬਦ ਪੜ੍ਹ ਲਓ, ਕੋਈ ਬਚਨ ਪੜ੍ਹ ਲਓ, ਪਰ ਗੁਰੂ ਕੇ ਪਿਆਰੇ ਵਿਸ਼ਵਾਸ ਭਰੋਸਾ ਹੈ ਗੁਰੂ ਸ਼ਬਦ ਪ੍ਰਤੀ, ਵੀ ਜਿੱਥੇ ਮੇਰੇ ਗੁਰੂ ਦਾ ਪਹਿਰਾ ਹੈ, ਮੇਰੇ ਸ਼ਬਦ ਸਤਿਗੁਰ ਦੀ ਮੌਜੂਦਗੀ ਹੈ, ਉੱਥੇ ਮੇਰਾ ਸਬ ਕੌਂਸ਼ੀਅਸ ਮਾਈਂਡ ਵੀ ਉਹਦੀ ਯਾਦ ਵਿੱਚ ਭਰਿਆ ਰਹਿਣਾ ਹੁੰਦਾ ਹੈ। ਐਸਾ ਬਾਣੀ ਨੇ ਜ਼ਿਕਰ ਕੀਤਾ, ਕਬੀਰ ਸੁਪਨੇ ਹੂੰ ਬਰਡਾਏ ਕੈ, ਜੇ ਮੁਖ ਨਿਕਸੈ ਰਾਮ, ਤਾਕੇ ਪਗ ਕੀ ਪਨਹੀ, ਮੇਰੇ ਤਨ ਕੋ ਚਾਂ। ਕਿੱਥੇ ਉਹ, ਉੱਥੇ ਤੱਕ ਅਸੀਂ ਉਸ ਕਰਤੇ ਦੀ ਮਹਿਮਾ ਨੂੰ ਗਾ ਸਕੀਏ। ਤੇ ਸੌਣ ਲੱਗਿਆਂ ਸਿੱਖ ਨੇ ਇਸ ਬਾਣੀ ਦਾ ਸਹਾਰਾ ਜ਼ਰੂਰ ਲੈਣਾ। ਸੋ ਆਪਾਂ ਸਤਿਗੁਰ ਦੀ ਅਸੀਸ ਕਿਰਪਾ ਦਾ ਸਦਕਾ ਇਹਨਾਂ ਅੰਮ੍ਰਿਤ ਭਿੱਜੇ ਬੋਲਾਂ ਵਿੱਚੋਂ ਜੋ ਪਹਿਲਾ ਸ਼ਬਦ ਹੈ ਸਾਂਝਾ ਕੀਤਾ ਸੀ, ਆਓ ਆਪਾਂ ਦੂਸਰੇ ਸ਼ਬਦ ਨਾਲ ਜੁੜੀਏ। ਕੁੱਲ ਇਸ ਬਾਣੀ ਦੇ 5 ਸ਼ਬਦ ਨੇ। ਦੂਸਰਾ ਸ਼ਬਦ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਵੱਲੋਂ ਉਚਾਰਨ ਕੀਤਾ ਹੋਇਆ ਰਾਗ ਆਸਾ ਦੇ ਅੰਦਰ ਹੈ। ਸੋ ਆਓ ਇੱਕ ਵਾਰ ਸਾਰੇ ਪਿਆਰ, ਸ਼ਰਧਾ, ਵੈਰਾਗ, ਸਤਿਕਾਰ ਨਾਲ ਆਖੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ। ਰਾਗ ਆਸਾ, ਮਹਿਲਾ ਪਹਿਲਾ। ਧੰਨ ਗੁਰੂ ਨਾਨਕ ਸਾਹਿਬ ਜੀ। ਇਹ ਜਦੋਂ ਸ਼ਬਦ ਆਪਾਂ ਸਮੁੱਚਾ ਦੇਖਦੇ ਹਾਂ, ਦੋ ਚੀਜ਼ਾਂ ਹੁੰਦੀਆਂ ਨੇ, ਅਨੇਕਤਾ ਤੇ ਏਕਤਾ। ਅਨੇਕਤਾ ਬਾਹਰੀ ਤੌਰ ਤੇ ਹੁੰਦੀ ਹੈ, ਅਨੇਕਤਾ ਨੂੰ ਆਪਾਂ ਕਹੀਏ ਵਖਰੇਵਾਂ, ਭਿੰਨਤਾ। ਚਲੋ ਜਿੰਨੇ ਆਪਾਂ ਬੈਠੇ ਹਾਂ, ਜਿੰਨੇ ਵੀ ਸਰੀਰ ਗੁਰੂ ਚਰਨਾਂ 'ਚ ਬੈਠੇ ਨੇ, ਇਹ ਸਾਡੇ 'ਚ ਦੋਨੋਂ ਚੀਜ਼ਾਂ ਵਰਤ ਰਹੀਆਂ ਨੇ। ਜੇ ਬਾਹਰੀ ਨਜ਼ਰ ਨਾਲ ਵੇਖਾਂਗੇ, ਭਿੰਨਤਾ, ਅਨੇਕਤਾ ਦਿਸਦੀ ਹੈ, ਨਾ ਰੂਪ ਰਲਦਾ, ਨਾ ਆਵਾਜ਼ ਰਲਦੀ ਹੈ, ਨਾ ਸੁਭਾਅ ਰਲਦਾ ਹੈ। ਪਰ ਜਦੋਂ ਜੋਤ ਰੂਪ ਦੇ ਵਿੱਚ ਵੇਖਾਂਗੇ, ਸਾਡੇ 'ਚ ਏਕਤਾ ਹੈ। ਅਨੇਕਤਾ ਦੇ ਬਾਵਜੂਦ ਵੀ ਸਾਡੇ 'ਚ ਏਕਤਾ ਹੈ। ਕਿਹੜੀ ਏਕਤਾ ਹੈ? ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੈ ਚਾਨਣ, ਸਭ ਮੈਂ ਚਾਨਣ ਹੋਏ। ਇੱਕ ਜੋਤ ਹੈ ਮਾਲਕ ਵਾਹਿਗੁਰੂ ਦੀ ਸੱਤਾ, ਇੱਕ ਬਾਹਰੀ ਅਨੇਕਤਾ ਹੈ ਜਿਹਨੂੰ ਆਪਾਂ ਸਰਗੁਣ ਕਹਿ ਦਿੰਦੇ ਹਾਂ। ਤੋ ਸਾਹਿਬ ਨੇ ਉਹਨਾਂ ਦੋਨਾਂ ਦਾ ਜ਼ਿਕਰ ਕੀਤਾ ਹੈ, ਤੇ ਜਿਹਨੂੰ ਇਸ ਦਾ ਸੋਝ ਭਰਿਆ ਅਨੁਭਵ ਜੀਵਨ 'ਚ ਹੁੰਦਾ ਹੈ, ਤੇ ਗੁਰਮੁਖ ਪਿਆਰੇ ਉਹਦੀ ਜੀਵਨੀ, ਉਹਦੇ ਜ਼ਿੰਦਗੀ ਦੇ ਅੰਦਰ ਆ ਜਿਹੜੇ ਵੈਰ ਵਿਰੋਧ ਵਿਤਕਰੇ ਨੇ, ਧਰਮਾਂ ਦੇ ਨਾਂ 'ਤੇ ਵੀ ਬੜੇ ਨੇ, ਜਿਹੜੀਆਂ ਅਸੀਂ ਵੰਡੀਆਂ ਪਾਈਆਂ ਨੇ, ਫਿਰ ਗੁਰਮੁਖ ਪਿਆਰੇ ਉਸ ਸਮੁੱਚਤਾ ਦੇ ਨਾਲ ਅਸੀਂ ਸਾਂਝ ਬਣਾ ਸਕਦੇ। ਸੱਚ ਸਮੁੱਚਤਾ ਦੇ ਰੂਪ ਦੇ ਅੰਦਰ ਹੈ ਗੁਰਮੁਖ ਪਿਆਰੇ। ਜਿਸ ਰੱਬੀ ਸੱਤਾ ਦੀ ਗੱਲ ਕੀਤੀ ਸਾਹਿਬ ਨੇ, ਜਿਸ ਰੱਬੀ ਜੋਤ ਦੀ ਗੱਲ ਕੀਤੀ ਹੈ ਬਾਣੀ ਨੇ, ਉਹ ਸਮੁੱਚਤਾ ਦੇ ਰੂਪ ਦੇ ਅੰਦਰ ਹੈ। ਤੋ ਸਤਿਗੁਰ ਨੇ ਬੜੀ ਮਹਾਨ ਕਿਰਪਾ ਕੀਤੀ। ਬੜਾ ਵੈਸੇ ਗਹਿਰੇ ਸਤਿਗੁਰ ਦੇ ਰਮਜ਼ ਭਰੇ ਇਹ ਬੋਲ ਨੇ। ਤੋ ਸਾਹਿਬ ਜੀ ਕਹਿੰਦੇ ਰਾਗ ਆਸਾ ਮਹਿਲਾ ਪਹਿਲਾ। 6 ਘਰ, 6 ਦਾ ਅਰਥ ਹੁੰਦਾ ਗਿਣਤੀ ਦੇ 6। ਘਰ ਦੇ ਅਰਥ ਬਾਣੀ 'ਚ ਕਈ ਮਿਲਦੇ ਨੇ। ਇੱਕ ਤੇ ਆਪਾਂ ਰਾਗ ਦੇ ਨਾਲ ਵੀ ਘਰ ਵੇਖਦੇ ਹਾਂ। ਉਹ ਘਰ ਤਾਲ ਨਾਲ ਸੰਬੰਧਿਤ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ 17 ਘਰ ਮਿਲਦੇ ਨੇ, ਜਿਵੇਂ ਉੱਪਰ ਹੈਡਿੰਗ ਦੇ ਉੱਤੇ ਲਿਖਿਆ ਹੁੰਦਾ ਵੀ ਇਸ ਘਰ 'ਚ ਸ਼ਬਦ, ਇਸ ਰਾਗ ਹੈ, ਇਹ ਘਰ ਹੈ। ਇੱਕ ਘਰ ਬਾਣੀ ਅੰਦਰ ਉਸ ਤਾਲ ਦਾ, ਲੈ ਦਾ ਪ੍ਰਤੀਕ ਹੈ। ਇੱਕ ਘਰ ਬਾਣੀ ਜਿਹੜਾ ਸਾਡਾ ਘਰ ਹੁੰਦਾ ਹੈ ਇੱਟਾਂ ਪੱਥਰਾਂ ਦਾ, ਉਹਦਾ ਵੀ ਜ਼ਿਕਰ ਆਇਆ ਹੈ। ਇੱਕ ਘਰ ਹੈ ਸਾਡਾ ਹਿਰਦਾ, ਇਹ ਵੀ ਬਾਣੀ ਕਹਿੰਦੀ ਘਰ ਹੈ। ਇਹ ਘਰ ਹੈ ਜਿਹੜਾ, ਇਹਦਾ ਅਰਥ ਹੁੰਦਾ ਹੈ ਸਿਧਾਂਤ, ਫਲਸਫੇ ਕਹਿ ਲਓ। ਜਿਵੇਂ ਆਪਾਂ ਸਨਾਤਨ ਵੀਰਾਂ ਦੇ ਗ੍ਰੰਥ ਦੇਖਦੇ ਹਾਂ, 4 ਵੇਦ ਨੇ,
ਰਿਗ ਵੇਦ ਹੈ, ਸ਼ਾਮ ਵੇਦ ਹੈ, ਅਥਰ ਵੇਦ ਹੈ, ਯੁਜ਼ਰ ਵੇਦ ਹੈ, 4 ਵੇਦ ਨੇ, 6 ਸ਼ਾਸਤਰ ਨੇ, 18 ਪੁਰਾਣ ਨੇ, 27 ਉਪਨਿਸ਼ਦਾਂ ਨੇ, ਇਸੇ ਤਰ੍ਹਾਂ ਗਿਣਤੀ ਹੈ। ਤੋ ਸਾਹਿਬ ਨੇ ਉਹਨਾਂ ਦੇ ਵਿੱਚੋਂ ਜਿਹੜੇ 6 ਸ਼ਾਸਤਰ ਨੇ, ਬਾਣੀ 'ਚ ਬਹੁਤ ਵਾਰ ਇਹਨਾਂ ਦਾ ਜ਼ਿਕਰ ਹੈ, ਤੋ ਘਰ ਉਹਨਾਂ ਸ਼ਾਸਤਰਾਂ, ਉਹਨਾਂ ਫਲਸਫਿਆਂ ਦੇ ਪ੍ਰਤੀਕ ਨੇ। ਸਾਹਿਬ ਜੀ ਕਹਿੰਦੇ, ਸਾਹਿਬ ਕਹਿੰਦੇ 6 ਘਰ, ਸਤਿਗੁਰ ਕਹਿੰਦੇ 6 ਘਰ ਨੇ। ਘਰ ਦਾ ਅਰਥ ਹੈ ਸ਼ਾਸਤਰ। ਜਿਵੇਂ ਆਪਾਂ ਵੇਖਦੇ ਹਾਂ ਪਤੰਜਲੀ ਹੈ ਜਿਹੜਾ, ਉਹਦਾ ਸ਼ਾਸਤਰ ਹੈ ਯੋਗ। ਕਿਹੜੇ ਰਿਸ਼ੀ ਦੀ ਗੱਲ ਕੀਤੀ ਜਾਂਦੀ? ਪਤੰਜਲੀ ਦੀ। ਹੁਣ ਜਿਹੜਾ 6 ਘਰ 6 ਗੁਰ ਹੈ ਨਾ, ਗੁਰ ਦਾ ਅਰਥ ਹੈ ਉਸ ਸ਼ਾਸਤਰ ਨੂੰ ਰਚਣ ਵਾਲਾ। ਘਰ ਹੈ ਯੋਗ, ਉਹਦਾ ਗੁਰੂ, ਉਹਦਾ ਰਚਣ ਵਾਲਾ ਹੈ ਪਤੰਜਲੀ। ਇਸੇ ਤਰ੍ਹਾਂ ਸ਼ਾਸਤਰ ਹੈ ਵਿਦਾਂਤ, ਘਰ ਹੈ, ਉਹਦਾ ਗੁਰ ਕੌਣ ਹੈ, ਉਹਨੂੰ ਰਚਣ ਵਾਲਾ ਕੌਣ ਹੈ? ਉਹ ਵਿਆਸ ਰਿਸ਼ੀ ਹੈ। ਇਸੇ ਤਰ੍ਹਾਂ ਘਰ ਹੈ ਨਿਆਏ, ਸ਼ਾਸਤਰ ਦਾ ਨਾਮ ਹੈ ਨਿਆਂ ਸ਼ਾਸਤਰ, ਤੇ ਉਸ ਘਰ ਦਾ ਗੁਰ ਜਿਹੜਾ ਹੈ ਉਹ ਗੌਤਮ ਹੈ, ਜਿਹਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਇਆ। ਖੈਰ, ਗੌਤਮ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਰਿਸ਼ੀ ਦਾ ਹੈ। ਤੋ ਸਾਹਿਬ ਕਹਿੰਦੇ 6 ਘਰ 6 ਗੁਰ। ਇਸੇ ਤਰ੍ਹਾਂ ਘਰ ਹੈ ਵਿਸ਼ੇਸ਼ਕ, ਉਹਦਾ ਗੁਰ ਹੈ ਕਣਾਦ। ਤੋ ਗੁਰਮੁਖ ਪਿਆਰਿਓ, ਇਸੇ ਤਰ੍ਹਾਂ ਜਿਵੇਂ ਸ਼ਾਂਖ ਹੈ, ਜਿਵੇਂ ਸ਼ਾਂਖ ਦਾ ਅਰਥ ਹੁੰਦਾ ਸੰਖਿਆਵਾਂ। ਜੇ ਸ਼ਾਸਤਰ 'ਚ ਜ਼ਿਕਰ ਕੀਤਾ ਵੀ 5 ਤੱਤ ਨੇ, ਇਹ ਅੰਦਰ ਦੇ ਤੱਤ, ਬਾਹਰ ਦੇ ਤੱਤ, ਉਹ ਇਸ ਰੂਪ ਦੇ ਅੰਦਰ ਉਹ ਜਿਹੜਾ ਸ਼ਾਂਖ ਹੈ ਉਹ ਕਪਲ ਮੁਨੀ ਉਹਦਾ ਰਚਣ ਵਾਲਾ ਹੈ। ਤੋ ਗੁਰੂਦੇਵ ਨੇ ਇੱਥੇ ਸ਼ਾਸਤਰਾਂ ਦੀ ਗੱਲ ਕੀਤੀ ਹੈ, ਸ਼ਾਸਤਰਾਂ ਦੇ ਰਚਣ ਵਾਲਿਆਂ ਦੀ ਗੱਲ ਕੀਤੀ ਹੈ। ਤੋ ਮੇਰੇ ਸਾਹਿਬ ਕਹਿੰਦੇ 6 ਘਰ 6 ਗੁਰ 6 ਉਪਦੇਸ਼, ਕਿਉਂਕਿ ਉਹ ਉਪਦੇਸ਼ ਇੱਕ ਦੂਜੇ ਨਾਲ ਰਲਦੇ ਨਹੀਂ। ਜਿਹੜਾ ਪਤੰਜਲੀ ਰਿਸ਼ੀ ਦਾ ਯੋਗ ਹੈ ਤੇ ਉਹਨੂੰ ਜੇ ਆਪਾਂ ਕਣਾਦ ਨਾਲ ਰਲਾਵਾਂਗੇ, ਵਿਦਾਂਤ ਨਾਲ ਰਲਾਵਾਂਗੇ, ਨਹੀਂ ਰਲਣਾ। ਵਖਰੇਵਾਂ ਜ਼ਰੂਰ ਹੈ। ਮੇਰੇ ਗੁਰੂਦੇਵ ਕਹਿੰਦੇ ਅਨੇਕਤਾ ਜ਼ਰੂਰ ਹੈ, ਉਦਾਹਰਨ ਦਿੱਤੀ ਹੈ ਸਾਹਿਬ ਨੇ, ਪਰ ਸਾਹਿਬ ਕਹਿੰਦੇ ਅਨੇਕਤਾ ਵਿੱਚ ਠੀਕ ਹੈ, ਸਿਧਾਂਤ ਨਹੀਂ ਰਲਦੇ, ਵਿਚਾਰ ਨਹੀਂ ਰਲਦੇ। ਪਰ ਗੁਰੂਦੇਵ ਕਹਿੰਦੇ ਮੰਨ ਲਓ ਪਤੰਜਲੀ ਨੇ ਕੁਝ, ਵਿਆਸ ਨੇ ਕਿਹਾ, ਜੈਮਨੀ ਨੇ ਕਿਹਾ, ਕਪਲ ਜੋ ਵੀ ਹੈ, ਮੇਰੇ ਸਾਹਿਬ ਕਹਿੰਦੇ ਸਾਰਿਆਂ 'ਚ ਜੋਤ, ਸਾਰਿਆਂ 'ਚ ਬੁੱਧ ਮਾਲਕ ਦੀ ਪ੍ਰਕਾਸ਼ਮਾਨ ਹੈ। ਵੇਖੋ ਗੁਰੂ ਦੀ ਵਡਿਆਈ ਹੈ, ਕਿਤੇ ਨਾ ਕਿਤੇ ਸਤਿਗੁਰ ਸਾਨੂੰ ਜੋੜਨਾ ਚਾਹੁੰਦੇ ਨੇ। ਤੇ ਸੱਚ ਇਹ ਵੀ ਹਕੀਕਤ ਹੈ, ਜੇ ਦੁਨੀਆ ਨੂੰ ਜੋੜਨਾ ਹੋਏ ਫਿਰ ਗੁਰੂ ਦਾ ਪ੍ਰਕਾਸ਼ ਬੜਾ ਜ਼ਰੂਰੀ ਹੈ। ਅਜੇ ਤਾਂ ਅਸੀਂ ਆਪਣੇ ਘਰ 'ਚ ਹੀ ਸਿਰ ਜੋੜ ਕੇ ਨਹੀਂ ਬੈਠੇ। ਦੂਜਿਆਂ ਨੂੰ ਸ਼ਾਂਤੀ ਦਾ ਪੈਗਾਮ ਦੇਣਾ ਬੜੀ ਮੁਸ਼ਕਲ ਹੈ। ਇਹ ਹਕੀਕਤ ਹੈ, ਜੇ ਮਾਨਵਤਾ ਨੂੰ ਜੋੜਨਾ ਹੋਏ ਤੇ ਉਹ ਫਿਰ ਗੁਰੂ ਦੇ ਸਹਾਰੇ ਦੀ ਲੋੜ ਹੈ। ਜਿੱਥੇ ਗੁਰੂ ਕਹਿ ਰਿਹਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ ਤਿਤੈ ਲਿਓ ਵਾਰ, ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨ ਸੂਝਈ ਹਰ ਬਿਨ ਬਖਸ਼ਨਾ। ਤੋ ਮੇਰੇ ਗੁਰਦੇਵ ਇਹ ਕਿਰਪਾ ਕਰਦੇ ਨੇ। ਠੀਕ ਹੈ, ਭਿੰਨਤਾ ਤੁਸੀਂ ਵੇਖਿਓ ਦੀਵਿਆਂ 'ਚ ਫਰਕ ਹੋਏਗਾ, ਮੋਮਬੱਤੀ ਵੱਖਰੀ ਹੈ, ਦੀਵਾ ਵੱਖਰਾ ਹੈ। ਹੁਣ ਦੀਵਾਲੀ ਲੋਕਾਂ ਨੇ ਬਾਲੀ, ਪਰ ਜਿਹੜਾ ਚਾਨਣ ਹੈ, ਪ੍ਰਕਾਸ਼ ਹੈ, ਕਿ ਉਹਦੇ 'ਚ ਵੀ ਵਿਤਕਰਾ ਹੈ। ਫਰਕ ਉਸ ਜੋਤ 'ਚ ਨਹੀਂ ਹੋ ਸਕਦਾ। ਦੀਵਿਆਂ ਦੀ ਧਾਤ ਵਿੱਚ ਫਰਕ ਹੋ ਸਕਦਾ ਹੈ, ਗਹਿਣਿਆਂ ਦੇ ਨਾਮ ਦੇ ਵਿੱਚ ਫਰਕ ਹੋ ਸਕਦਾ ਹੈ, ਪਰ ਸੋਨਾ ਇੱਕ ਹੀ ਹੋ ਸਕਦਾ ਹੈ। ਨਾਮ ਵੱਖਰੇ ਹੋ ਸਕਦੇ ਨੇ, ਇਹ ਨਦੀ ਹੈ, ਇਹ ਤਲਾਅ ਹੈ, ਇਹ ਦਰਿਆ ਹੈ, ਪਰ ਪਾਣੀ ਸਾਰਿਆਂ 'ਚ ਇੱਕੋ ਜਿਹਾ ਹੀ ਹੋਏਗਾ ਗੁਰਮੁਖ ਪਿਆਰਿਓ। ਤੋ ਮੇਰੇ ਗੁਰਦੇਵ ਕਹਿੰਦੇ ਠੀਕ ਹੈ, ਜਿੱਥੇ ਹੱਦਾਂ 'ਚ ਬੰਨਣਾ ਹੈ ਨਾ, ਠੀਕ ਹੈ, ਸੰਸਾਰ ਬੰਨੋ ਹੱਦਾਂ 'ਚ। ਬੰਦਾ ਹੱਦ ਵਿੱਚ ਹੋਏਗਾ, ਸੂਰਜ ਹੱਦ ਵਿੱਚ ਹੈ, ਪਰ ਮੇਰੇ ਗੁਰਦੇਵ ਕਹਿੰਦੇ ਰੱਬ ਨੂੰ ਹੱਦਾਂ 'ਚ ਨਾ ਬੰਨੋ ਭਾਈ, ਉਹ ਅਹੱਦ ਹੈ। ਇਹ ਨਾ ਕਹੀਏ ਸਾਡਾ ਰੱਬ ਬਾਰਡਰ ਟੱਪ ਕੇ ਪਾਕਿਸਤਾਨ ਨਹੀਂ ਜਾ ਸਕਦਾ, ਇਹ ਨਾ ਕਹੀਏ। ਇਹ ਨਾ ਕਹੀਏ ਵੀ ਉਹ ਠੀਕ ਹੈ, ਮੇਰੇ ਸਤਿਗੁਰ ਨੇ ਉਹ ਨਾਮ ਵਰਤੇ ਨੇ, ਵਾਹਿਗੁਰੂ ਕਾਲ ਪੁਰਖ ਦੇ, ਰਾਮ, ਅੱਲਾ, ਗੋਵਰਧਨ, ਜਿੰਨੇ ਵੀ ਨਾਮ ਨੇ ਸਤਿਗੁਰ ਨੇ ਦੱਸਿਆ।
ਭਾਈ ਨਾਮ ਵੱਖੋ ਵੱਖ ਨੇ ਪਰ ਉਹਦੀ ਹੋਂਦ। ਹੁਣ ਮੰਨ ਲਓ ਇੱਕ ਬੰਦਾ ਘਰ ਗਿਆ, ਗੇਟ ਖੁੱਲ੍ਹਿਆ ਤੇ ਘਰੋਂ ਆਵਾਜ਼ ਆਈ ਪਾਪਾ ਜੀ ਆ ਗਏ। ਇੱਕ ਨੇ ਕਿਹਾ ਪੁੱਤਰ ਜੀ ਆ ਗਏ ਨੇ, ਇੱਕ ਨੇ ਕਿਹਾ ਪਤੀ ਜੀ ਆ ਗਏ ਨੇ, ਇੱਕ ਨੇ ਕਿਹਾ ਦਾਦਾ ਜੀ ਆ ਗਏ ਨੇ। ਹੁਣ ਕਹਿਣ ਤੋਂ ਭਾਵ ਬੰਦਾ ਇਹ ਕਿ ਉਹਦੀਆਂ ਸਾਂਝਾਂ ਕਈ ਹੁਣ ਹੈ ਤੇ ਇੱਕੋ ਹੀ ਹੈ ਨਾ। ਕਿਸੇ ਦਾ ਪਾਪਾ ਜੀ ਲੱਗਦਾ ਹੈ, ਕਿਸੇ ਦਾ ਪਤੀ ਹੈ, ਕਿਸੇ ਦਾ ਦੋਸਤ ਹੈ। ਇਸੇ ਤਰ੍ਹਾਂ ਗੁਰਮੁਖ ਪਿਆਰਿਓ ਵਾਹਿਗੁਰੂ ਇੱਕ ਹੀ ਹੈ। ਸਾਂਝ ਕਿਸੇ ਨੇ ਜਿਸ ਗੁਣ ਦੇ ਨਾਲ ਬਣਾ ਲਈ, ਜਿਸ ਰੂਪ 'ਚ ਬਣਾ ਲਈ, ਉਹਨੂੰ ਧਿਆ ਲਿਆ। ਬਿਠਲ ਕਿਸੇ ਨੇ ਕਿਹਾ, ਰਾਮ ਕਿਸੇ ਨੇ ਕਿਹਾ, ਅੱਲਾ ਕਿਸੇ ਨੇ ਕਿਹਾ। ਜਿਸ ਰੂਪ ਦੇ ਨਾਲ ਉਹਦੀ ਲਖਤਾ ਹੋ ਗਈ, ਸਾਂਝ ਬਣ ਗਈ। ਮੁਬਾਰਕ ਨੂੰ ਬਾਬਾ ਫਰੀਦ ਜੀ ਬਾਣੀ 'ਚ ਕਹਿ ਰਹੇ ਨੇ, ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਬਹੂ ਚੱਲਣ ਆਇਆ ਪੰਜੇ ਵਕਤ ਮਸੀਤ। ਤੇ ਆਪਾਂ ਤੇ ਕਦੇ ਮਸੀਤ ਗਏ, ਬਾਣੀ ਕਹਿ ਰਹੀ ਹੈ, ਗੁਰਬਾਣੀ ਕਹਿ ਰਹੀ ਹੈ, ਕਿਉਂਕਿ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੀ ਹੈ ਨਾ ਜਿਹੜੀ ਕਹਿ ਰਹੀ ਹੈ। ਗੱਲ ਗੁਰਮੁਖ ਪਿਆਰੇ ਉੱਥੇ ਬਾਹਰੀ ਆਕਾਰ ਦੀ, ਬਾਹਰੀ ਸ਼ਬਦਾਂ ਅੱਖਰਾਂ ਦੀ ਨਹੀਂ ਹੈ, ਗੱਲ ਉੱਥੇ ਭਾਵ ਦੀ ਹੈ ਵੀ ਉਸ ਅੱਲਾ ਰਮੇ ਹੋਏ ਮਾਲਕ ਦੇ ਨਾਲ, ਸ਼ੁਕਰਾਨੇ ਨਾਲ, ਅਹਿਸਾਸ ਨਾਲ ਜੁੜੇ ਰਹੀਏ। ਗੱਲ ਤੇ ਉਹ ਹੈ ਤੇ ਉਹੀ ਦਾਤ ਸਤਿਗੁਰੂ ਮੇਰੀ ਤੁਹਾਡੀ ਝੋਲੀ 'ਚ ਪਾਉਣਾ ਚਾਹੁੰਦੇ ਨੇ। ਬੜੇ ਗਹਿਰੇ, ਬੜੇ ਰਮਜ਼ੀ ਬੋਲ ਨੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਦੇ। ਤੋ ਸਾਹਿਬ ਕਹਿੰਦੇ ਠੀਕ ਹੈ, ਹੱਦਾਂ 'ਚ ਹੋਏਗਾ ਸੂਰਜ, ਹੱਦ 'ਚ ਹੋਏਗਾ ਕੋਈ ਦੇਸ਼, ਹੱਦ 'ਚ ਹੋਏਗਾ ਕੋਈ ਮੰਦਰ ਮਸੀਤ। ਹਿੰਦੂ ਪੂਜੈ ਦੇਹੁਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜੇ ਦੇਹੁਰਾ ਨਾ ਮਸੀਤ। ਇੱਥੇ ਆਪਾਂ ਆਏ ਹਾਂ ਕੀ ਲੱਭਣ ਵਾਸਤੇ ਆਏ ਹਾਂ? ਹੱਦ ਦੀ ਲਖਤਾ ਵਾਸਤੇ ਆਏ ਹਾਂ। ਇਹ ਨਹੀਂ ਵੀ ਆਪਾਂ ਵੀ ਹੱਦ ਬਣਾ ਕੇ ਬਹਿ ਜਾਣੀ, ਐਸਾ ਨਹੀਂ ਹੈ ਕਦੇ ਵੀ। ਮੈਨੂੰ ਕਹਿਣ ਦੇਣਾ ਇਹ ਨਹੀਂ ਵੀ ਇੱਥੇ ਹੀ ਰੱਬ ਹੈ, ਬਾਹਰ ਨਹੀਂ ਹੈ, ਐਸਾ ਨਹੀਂ ਹੈ ਕਦੇ ਵੀ। ਹਾਂ, ਬਾਹਰ ਸਰਬ ਵਿਆਪਕ ਵਰਤ ਰਹੇ ਮਾਲਕ ਦਾ ਬੋਧ, ਸੰਗਤ 'ਚ ਬੈਠੇ ਹਾਂ, ਅਭਿਆਸ ਕਰਦੇ ਹਾਂ ਇੱਕ ਦਿਨ ਜੀਵਨ 'ਚ ਵਰਤ ਜਾਏ। ਮੁਬਾਰਕ ਹੈ ਉਹ ਅਭਿਆਸ, ਮੁਬਾਰਕ ਹੈ ਉਹ ਸੰਗਤ, ਮੁਬਾਰਕ ਹੈ ਉਹ ਸਥਾਨ ਜਿੱਥੇ ਉਸ ਹੱਦ ਦੇ ਨਾਲ ਸਾਂਝ ਬਣ ਜਾਏ। ਸੋ ਗੁਰਬਾਣੀ 'ਚ ਕਿਤੇ ਵੀ ਹੱਦਾਂ ਵਾਲਾ ਰੱਬ ਨਹੀਂ ਸਾਨੂੰ ਮਿਲਦਾ, ਨਾ ਸਤਿਗੁਰੂ ਦੇ ਜ਼ਿਕਰ ਨੂੰ ਬਾਣੀ 'ਚ ਥਾਂ ਦਿੰਦੇ ਨੇ। ਹਾਂ, ਗੁਰੂਦੇਵ ਨੇ ਜਿਨ੍ਹਾਂ ਨੇ ਹੱਦ ਬਣਾ ਲਈ, ਕਬੀਰ, ਬਾਬਾ ਕਬੀਰ ਜੀ ਦੇ ਬੋਲ, ਪਾਹਣ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ, ਇਸ ਪ੍ਰਵਾਸੇ ਜੋ ਰਹੇ ਬੂਢੇ ਕਾਲੀ ਤਾਰ। ਸਤਿਗੁਰੂ ਨੇ ਇਸ਼ਾਰੇ ਜ਼ਰੂਰ ਦਿੱਤੇ ਨੇ, ਭਾਈ ਉਹ ਬੰਨਿਆਂ ਵਾਲੇ ਨੂੰ ਛੱਡ ਦਈਏ, ਅਹੱਦ ਵਾਲੇ ਪਾਸੇ ਤੁਰ ਪਈਏ। ਤੋ ਮੇਰੇ ਗੁਰਦੇਵ ਨੇ ਉਸ ਅਹੱਦ ਦਾ ਵੀ ਜ਼ਿਕਰ ਕੀਤਾ ਸ਼ਬਦ ਵਿੱਚ, ਤੇ ਹੋਰ ਗੱਲ ਹੱਦ ਦਾ ਵੀ ਜ਼ਿਕਰ ਕੀਤਾ। ਨਿਰਗੁਣ ਦਾ ਵੀ ਜ਼ਿਕਰ ਆਇਆ ਅਗਲੇ ਸ਼ਬਦ ਵਿੱਚ ਵੀ, ਇਸੇ ਤਰ੍ਹਾਂ ਆਇਆ ਸਰਗੁਣ ਦਾ ਵੀ ਜ਼ਿਕਰ ਆਇਆ, ਅਨੇਕਤਾ ਦਾ ਵੀ ਜ਼ਿਕਰ ਆਇਆ, ਏਕਤਾ ਦਾ ਵੀ ਜ਼ਿਕਰ ਆਇਆ। ਗੁਰੂ ਸਾਹਿਬ ਜੀ ਆਖਦੇ ਨੇ, ਗੁਰ ਗੁਰ ਏਕੋ ਵੇਸ ਨੇ। ਠੀਕ ਹੈ, ਘਰ ਛੇ ਨੇ, ਸ਼ਾਸਤਰ ਛੇ ਨੇ, ਗੁਰ ਛੇ ਨੇ, ਉਹਨਾਂ ਦੇ ਰਚਨਾ ਕਰਨ ਵਾਲੇ ਵੀ ਛੇ ਨੇ। ਪਰ ਮੇਰੇ ਸਾਹਿਬ ਕਹਿੰਦੇ ਗੁਰ, ਗੁਰ ਦਾ ਅਰਥ ਹੈ ਵੱਡਾ, ਮਹਾਨ, ਅਧਿਆਪਕਾਂ ਦਾ ਜਿਹੜਾ, ਗੁਰੂਆਂ ਦਾ ਵੱਡਾ ਗੁਰੂ, ਗੁਰੂਆਂ ਦਾ ਵੱਡਾ ਗੁਰੂ। ਏਕੋ ਵੇਸ, ਉਹ ਮਾਲਕ ਵਾਹਿਗੁਰੂ ਦਾ ਵੇਸ ਇੱਕੋ ਹੀ ਹੈ, ਉਹਦਾ ਸਰੂਪ ਇੱਕੋ ਹੀ ਹੈ, ਉਹਦੀ ਹੋਂਦ ਇੱਕੋ ਹੀ ਹੈ। ਠੀਕ ਹੈ, ਪਹਾੜ ਦੀ ਕੋਈ ਚੋਟੀ ਹੋਏ, ਕੋਈ ਕਿਸ ਪਾਸਿਓਂ ਚੜ੍ਹ ਰਿਹਾ, ਹੋ ਸਕਦਾ ਕਿਸੇ ਦਾ ਮਾਰਗ ਬੜਾ ਔਖਾ ਹੋਏ, ਘਾਟੀਆਂ, ਇੱਕ ਦਾ ਮਾਰਗ ਸੌਖਾ, ਚੋਟੀ ਤੇ ਇੱਕੋ ਹੀ ਪਹੁੰਚਣਾ ਹੈ। ਤੇ ਜਿਹੜੇ ਪਹੁੰਚ ਗਏ ਸਤਿਗੁਰ, 35 ਮਹਾਂਪੁਰਖਾਂ ਦੀ ਬਾਣੀ, ਗੁਰੂ ਗ੍ਰੰਥ ਸਾਹਿਬ, ਇੱਕ ਹੋ ਗਏ। ਨਦੀ ਕਿਸੇ ਪਾਸੇ ਤੋਂ ਤੁਰੇ, ਕੋਈ ਕਿਸੇ ਪਾਸੇ ਤੋਂ ਤੁਰੇ, ਜਿਹੜੀ ਸਮੁੰਦਰ ਚਲੇਗੀ ਉਹ ਸਮੁੰਦਰ ਦਾ ਰੂਪ ਹੋ ਗਈ। ਉੱਥੇ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਤੁਸੀਂ ਵੇਖਿਓ, ਜੇ ਅਨੇਕਤਾ ਤੇ ਏਕਤਾ ਦੀ ਗੱਲ ਕਰਨੀ ਹੋਏ, ਰੱਬ ਦੀ ਕਾਦਰ ਦੀ ਕੁਦਰਤ ਵਿੱਚ ਵੀ ਹੈ, ਮੇਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈ। ਸਰਗੁਣ ਨਿਰਗੁਣ ਅਨੇਕਤਾ ਵੇਖਾਂਗੇ, ਭਾਸ਼ਾ ਦੀ ਅਨੇਕਤਾ ਬਾਣੀ 'ਚ ਮਿਲਦੀ ਹੈ, ਉਦਾਹਰਨਾਂ ਦੀ ਅਨੇਕਤਾ ਮਿਲਦੀ ਹੈ। ਰੱਬ ਦੇ ਪਿਆਰਿਆਂ ਦੀ ਭਾਸ਼ਾ ਇੱਕੋ ਨਹੀਂ, ਪਰ ਰੱਬ ਦੇ ਪਿਆਰਿਆਂ ਦਾ ਮੂਲ ਆਸ਼ਾ ਇੱਕੋ ਹੀ ਹੈ, ਉਹਦੇ 'ਚ ਕੋਈ ਫਰਕ ਨਹੀਂ ਪਿਆ। ਬਾਬਾ ਫਰੀਦ ਜੀ ਦਾ ਵੀ ਆਸ਼ਾ ਹੋਇਆ, ਸਾਰੇ ਆਖੋ ਸਤਿਨਾਮ ਸ਼੍ਰੀ
ਬਾਬਾ ਫਰੀਦ ਜੀ ਦਾ ਵੀ ਆਸ਼ਾ ਉਹ ਹੈ, ਭਗਤ ਕਬੀਰ ਜੀ ਦਾ ਵੀ ਆਸ਼ਾ ਉਹ ਹੈ, ਗੁਰੂ ਨਾਨਕ ਦਾ ਵੀ ਉਹ ਹੈ। ਸਮੁੰਦਰ ਇੱਕੋ ਹੀ ਹੋਏਗਾ। ਤੋ ਮੇਰੇ ਗੁਰਦੇਵ ਕਹਿੰਦੇ ਗੁਰ ਗੁਰ ਏਕੋ ਵੇਸ ਅਨੇਕ। ਠੀਕ ਹੈ, ਵੇਸ ਆ ਵੇਸ ਪਹਿਰਾਵੇ, ਵੇਸ ਆ ਬਾਹਰੀ ਭਿੰਨਤਾ, ਉਹ ਅਨੇਕਤਾ ਦੇ ਰੂਪ ਦੇ ਅੰਦਰ ਹੈ, ਪਰ ਸਾਹਿਬ ਕਹਿੰਦੇ ਉਹ ਇੱਕੋ ਹੀ ਹੈ। ਬਾਬਾ ਜੈ ਘਰ ਕਰਤੇ ਕੀਰਤ ਹੋਏ। ਬਾਬਾ ਸੰਬੋਧਨ ਹੈ ਬਾਣੀ 'ਚ, ਬਾਬਾ, ਭਾਈ, ਪ੍ਰਾਣੀ, ਸਾਧੋ, ਮਾਈ, ਇਹ ਸਾਰੇ ਬਾਣੀ 'ਚ ਸੰਬੋਧਨ ਨੇ। ਜਿਵੇਂ ਕਿਸੇ ਨੂੰ ਸੰਬੋਧਨ ਕਰਨਾ ਹੋਵੇ ਤੋ ਸਤਿਗੁਰ ਦੀ ਬਾਣੀ 'ਚ ਸੰਬੋਧਨ ਹੈ। ਤੋ ਬਾਬਾ ਜੈ ਘਰ, ਹੁਣ ਇੱਥੇ ਫਿਰ ਘਰ ਸ਼ਬਦ ਆਇਆ, ਪਰ ਇਹਦਾ ਅਰਥ ਬਦਲ ਗਿਆ ਹੈ। ਜਿਸ ਹਿਰਦੇ ਰੂਪੀ ਘਰ ਦੇ ਅੰਦਰ, ਘਰ ਸਾਡਾ ਹਿਰਦਾ ਜੀਵਨ। ਜੈ ਕਰਤੇ ਕੀਰਤ ਹੋਏ, ਕਰਤੇ ਵਾਹਿਗੁਰੂ ਦੀ ਕੀਰਤ ਹੈ ਜਿਸ ਘਰ 'ਚ, ਜੇ ਸਿਰ ਦੇ ਅੰਦਰ। ਸਾਹਿਬ ਕਹਿੰਦੇ ਸੋ ਘਰ ਰਾਖ ਵਡਾਈ ਤੋਏ। ਉੱਥੇ ਫਿਰ ਕਿਹਦੀ ਵਡਿਆਈ ਹੈ? ਜੇ ਬੂੰਦ ਨੂੰ ਸਲਾਈਏ ਕਿਹਦੀ ਸਿਫਤ ਹੋਏਗੀ? ਕਰਤੇ ਦੀ ਹੋਏਗੀ। ਉਹਦੀ ਮਹਿਮਾ ਹੈ ਨਾ ਗੁਰਮੁਖ ਪਿਆਰੇ। ਜਿੱਥੋਂ ਪੈਦਾ ਹੋਈ ਹੈ ਬੂੰਦ, ਜਿਹੜਾ ਉਹਦਾ ਮੂਲ ਅਸਲਾ ਹੈ, ਤੋ ਸਾਹਿਬ ਕਹਿੰਦੇ ਜਿਸ ਦੇ ਜੀਵਨ 'ਚੋਂ ਦਾਤ ਵਰਦੀ ਨਾ ਸੋ ਘਰ, ਉਹ ਹਿਰਦਾ, ਉਹ ਜੀਵਨ। ਰਾਖ ਵਡਾਈ ਤੋਏ, ਮਾਲਕ ਦੀ ਵਡਿਆਈ ਨਾਲ ਰੱਖਿਆ ਜਾਂਦਾ ਹੈ। ਉਜੜਦਾ ਨਹੀਂ ਹੈ ਕਦੇ, ਉਹ ਰੱਖੇ ਗਏ, ਸੰਭਾਲੇ ਗਏ। ਕਾਲ ਉਹਨਾਂ ਨੂੰ ਢੱਕ ਨਹੀਂ ਸਕਿਆ, ਨਹੀਂ ਤੇ ਕਿੰਨੇ ਛਿਪ ਗਏ। ਆਪਾਂ ਆਪਣੇ ਪਿੱਛੇ ਵੇਖੀਏ, ਦਾਦੇ ਦਾ ਯਾਦ ਨਾਮ ਹੋਏਗਾ, ਦਾਦੀ ਦਾ ਹੋਏਗਾ, ਤੇ ਕਿਸੇ ਨੂੰ ਪੜਦਾਦੇ, ਗ੍ਰੈਂਡਫਾਦਰ, ਗ੍ਰੈਂਡਫਾਦਰ ਦਾ ਨਾਮ ਪੁੱਛੀਏ, ਮੇਰੇ ਖਿਆਲ ਥੋੜ੍ਹਿਆਂ ਨੂੰ ਪਤਾ ਹੋਏਗਾ। ਜੇ ਉਹਦੇ ਤੋਂ ਅੱਗੇ ਉਹਦੇ ਮਾਤਾ ਪਿਤਾ ਦਾ ਨਾਮ ਪੁੱਛੀਏ, ਢੱਕਿਆ ਗਿਆ, ਕਾਲ ਨੇ ਕੱਜ ਦਿੱਤਾ। ਕਿੰਨੇ ਰਾਜੇ, ਕਿੰਨੇ ਵਜ਼ੀਰ, ਕਿੰਨੇ ਆਏ ਧਰਤੀ ਤੇ ਕੱਜੇ ਗਏ, ਕਾਲ ਨੇ ਢੱਕ ਦਿੱਤੇ। ਤੇ ਕੀ ਭਗਤ ਕਬੀਰ ਜੀ ਵੀ ਕਾਲ ਨੇ ਢੱਕ ਦਿੱਤੇ? ਨਹੀਂ ਢੱਕੇ ਗਏ। ਕੀ ਭਗਤ ਰਵਿਦਾਸ ਜੀ ਨੂੰ ਕਾਲ ਨੇ ਢੱਕ ਦਿੱਤੇ? ਨਹੀਂ ਢੱਕੇ ਗਏ। ਕਿ ਸ਼ਹੀਦ ਮੁਰੀਦ ਸਾਹਿਬਜ਼ਾਦੇ ਢੱਕੇ ਗਏ? ਨਹੀਂ ਢੱਕੇ ਗਏ। ਗੁਰਮੁਖ ਪਿਆਰੇ, ਉੱਥੇ ਦਾਤ ਵਡਿਆਈ ਵਰਤ ਜਾਂਦੀ। ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਸਦਾ ਹੀ ਹੈ। ਉਦੋਂ ਸੀ ਉਜਲੇ, ਅੱਜ ਵੀ ਉਜਲੇ ਨੇ। ਕੇਤੀ ਛੁੱਟੀ ਨਾ, ਪਤਾ ਨਹੀਂ ਸਾਹਿਬ ਕਹਿੰਦੇ ਕਿੰਨਿਆਂ ਦਾ ਉਧਾਰ, ਕਿੰਨਿਆਂ ਦਾ ਪਾਰ ਉਤਾਰਾ ਹੋ ਗਿਆ। ਜਿਸ ਹਿਰਦੇ 'ਚ ਉਹਦਾ ਪ੍ਰਤਾਪ, ਉਹਦਾ ਅਨੁਭਵ, ਮਾਲਕ ਵਾਹਿਗੁਰੂ ਦਾ ਪ੍ਰਕਾਸ਼ ਵਰਦਾ ਰਹਾਓ। ਇਹ ਪੌਜ਼, ਇਹ ਕੇਂਦਰ ਬਿੰਦੂ ਹੈ ਜਿਹਦੀ ਸਤਿਗੁਰ ਨੇ ਬਖਸ਼ਿਸ਼ ਕੀਤੀ। ਫਿਰ ਸਾਹਿਬ ਆਖਦੇ ਨੇ ਵਿਸਵੇ ਚੱਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹ ਹੋਆ। ਇਹਨੂੰ ਮਾਹ ਪੜ੍ਹਨਾ ਹੈ, ਮਾਹੋ ਨਹੀਂ। 1 ਮਹੀਨੇ ਦੀ ਗੱਲ ਆਏਗੀ, ਹਾਏ ਨੂੰ ਕੜਾਏਗਾ। ਜਦੋਂ ਆਪਾਂ 12 ਮਾਹਾਂ ਦੀ ਬਾਣੀ 'ਚ ਪੜ੍ਹਦੇ ਹਾਂ, ਮਾਹ ਦਿਵਸ ਮਹੂਰਤ ਪੜੇ, ਉੱਥੇ ਵੇਖਿਓ ਹਾਹੇ ਨੂੰ ਔਂਕੜ ਨਹੀਂ ਹੋਏਗੀ, ਜ਼ਿਆਦੇ ਮਹੀਨਿਆਂ ਦੀ ਗੱਲ ਆਏਗੀ। ਮਹੀਨੇ ਵਿੱਚ, ਮਹੀਨੇ ਰਾਹੀਂ ਹਾਹੇ ਨੂੰ ਸਿਹਾਰੀ ਆ ਜਾਏਗੀ। ਖੈਰ ਨੂੰ ਪੜ੍ਹਨਾ ਮਾਹ ਹੀ ਹੈ। ਹੁਣ ਕਿਉਂਕਿ ਪੁਰਾਣਾ ਜਿਹੜਾ ਸਾਡਾ ਵਿਧਾਨ ਤੁਰਿਆ ਆਉਂਦਾ ਹੈ ਸਮੇਂ ਨੂੰ ਮਾਪਣ ਦਾ। ਪਹਿਲੋਂ ਕੀ ਹੁੰਦਾ ਸੀ? ਪਹਿਲੋਂ ਸਮੇਂ ਨੂੰ ਸੂਰਜ ਨਾਲ ਮਾਪਿਆ ਜਾਂਦਾ ਸੀ। ਉੱਪਰ ਛਾਵਿਆਂ ਦੇ ਨਾਲ ਨਿਸ਼ਾਨੀਆਂ ਲਾ ਦਿੱਤੀਆਂ ਜਾਂਦੀਆਂ ਸੀ। ਪਤਾ ਲੱਗ ਜਾਂਦਾ ਸੀ ਦੁਪਹਿਰ ਹੋ ਗਈ, ਲੋਢਾ ਵੇਲਾ ਹੋ ਗਿਆ, ਇਹ ਸ਼ਾਹ ਵੇਲਾ ਹੋ ਗਿਆ, ਸੰਧਿਆ ਵੇਲਾ ਹੋ ਗਿਆ। ਪਰ ਮੁਸ਼ਕਿਲ ਇਹ ਸੀ, ਬੱਦਲ ਆ ਗਏ, ਧੁੰਦ ਆ ਗਈ, ਫਿਰ ਕੀ ਕੀਤਾ ਜਾਏ? ਫਿਰ ਉਹਦੇ ਤੋਂ ਬਾਅਦ ਇੱਕ ਪੰਨ ਘੜੀ, ਪਾਣੀ ਦੀਆਂ ਘੜੀਆਂ, ਜਿਹਦਾ ਜ਼ਿਕਰ ਬਾਣੀ 'ਚ ਆਇਆ, ਕੋ ਰਹਿ ਨਾ ਭਰੀਐ ਪਾਈਐ। ਪਾਈ ਜਿਹਨੂੰ ਕਿਹਾ ਜਾਂਦਾ, ਇੱਕ ਛੋਟੀ ਜਿਹੀ ਕੌਲੀ, ਕੋਈ ਕਟੋਰੀ, ਛੋਟਾ ਜਿਹਾ ਸੁਰਾਖ ਕੀਤਾ, ਉਹਨੂੰ ਰੱਖ ਦਿੱਤਾ ਪਾਣੀ 'ਚ। ਉਹ ਸੁਰਾਖ ਤੋਂ ਪਾਣੀ ਜਾਂਦਿਆਂ ਨਿਰਧਾਰਤ ਸਮੇਂ 'ਚ ਉਹ ਭਰ ਜਾਂਦੀ ਸੀ। ਪਤਾ ਲੱਗ ਜਾਂਦਾ ਸੀ ਇੰਨਾ ਨਿਰਧਾਰਤ ਸਮਾਂ ਹੋ ਗਿਆ। ਪਰ ਉੱਥੇ ਵੀ ਮੁਸ਼ਕਲ ਸੀ। ਉਸ ਤੋਂ ਬਾਅਦ ਫਿਰ ਹਵਾ ਦੇ ਨਾਲ ਚੱਲਣ ਵਾਲੀਆਂ, ਉਹ ਚੱਲਦਾ ਸੀ, ਘੁੰਮਦਾ ਸੀ। ਇਸ ਤੋਂ ਬਾਅਦ ਜੇ ਆਪਾਂ ਤਵਾਰੀਖ ਨੂੰ ਵੇਖਦੇ ਹਾਂ ਗੁਰਮੁਖ ਪਿਆਰਿਓ, ਲਗਭਗ 1319 ਦੇ ਕਰੀਬ, ਤੁਸੀਂ ਸ਼ਾਇਦ ਜ਼ਿਆਦਾ ਜਾਣਦੇ ਹੋਵੋਗੇ, ਜਿਹੜੀ ਆ ਸੂਈਆਂ ਵਾਲੀ ਘੜੀ ਹੈ, ਇਹ ਹੋਂਦ ਵਿੱਚ ਆਈ ਸੀ 1319 ਦੇ ਲਗਭਗ। ਜਿਹੜਾ ਮੇਰੇ ਖਿਆਲ 'ਚੋਂ ਉਹ ਜਰਮਨ ਦਾ ਵਿਗਿਆਨੀ ਸੀ, ਜਿਸ ਨੇ
उस घड़ी नूं आज़ाद किया क्योंकि साडे इस देश अंदर इस पासे वाल ईस्ट इंडिया कंपनी आई है। वो गुरु काल तो लगभग जदों सतगुरां दी गुरु नानक साहब की जोत लगभग 1600 ईस्वी का खैर जिक्र आउंदा है। खैर उहदे अजे उन्हां दी बोली का प्रसार नहीं सी होया तां करके ते उस तो बाद खैर आपां दूसरे रूप च वेखदे हां। तो इस वास्ते गुरमुख प्यारिओ मेरे सतगुरु पिता ने वो वरते ने दृष्टांत सारे जो पुरातन रूप के अंदर घड़ियां की गल है बाणी च, थित्तां की गल है बाणी च, रुत्तां की गल है बाणी च, महीनियां की गल है। साडे कोल 2 कैलेंडर ने सूरजी ते चंद्र। खैर तो मेरे साहब ने बख्शिश की है। हुण उन्हां समयां च की सी विसवे, मैं थोड़ी जी इहदी बेनती कर दा। वो पुराना सुभाअ सी समय नूं मापण दा। तो विसा हुंदा सी जे कोई मनुख सधारण तौर पर 15 वार अख झमकदा है, जिवें आम तौर पर आपां अख झमकदे, उहदा एक विसा बनदा है। 15 विसियां दा एक चस्सा बनदा है। 30 चस्सियां दा एक घड़ी बनदी है। तो गुरमुख प्यारे इसे तरह 60 घड़ियां दा अगे पैर बनदा, अगे दिन, अगे फिर 8 पैरां दा एक दिन हुंदा है, 7 दिनां दा एक हफ्ता हुंदा है, 14 दिन की एक थित हुंदी है, सुदी ते वदी ते संग्रांद, मैनूं माफ़ करना, पूर्णमासी ते मस्या, ये 2 दिन होर हो गए, 30 दिन का महीना बन गया चंद्र कैलेंडर। खैर इसे तरह ये फिर साल, फिर सदियां, फिर युगां तक की गल होंदी है। तो गुरुदेव ने इत्थे गल कीती है समय की। साहब कहंदे विसवे चस्सियां घड़ियां पहरां थित्ती वारी माहवा। वेखो भिन्नता किन्नी है इत्थे। मालिक की बनाई ये सिरजना च 2 चीज़ां ने, काल ते अकाल। हुण ये चीज़ कही है, ये काल है, समय की गल है ना, फिर काल की गल होएगी। सूरज की गल है ना, गुरमुख प्यारे रुत्तां की गल जे आपां करिए, आ गुरबाणी च रुत्ती बाणी आई है। तो एक पंजाबी रुत्तां ने जिहड़ियां आपां बसंत, पतझड़, बहार, गर्मी, सर्दी, बरसात। गुरु ग्रंथ साहब जिहड़ियां रुत्तां आईयां ने वो वखरे रूप दी आईयां ने। बसंत है वेखदे हां आपां, फिर गर्मी है, फिर बरसात है, फिर ससियर रुत है, फिर हिमकर रुत है, फिर शरद रुत है। जदों बाणी आपां गुरु ग्रंथ साहब की पढ़ते हैं उत्थे 6 रुत्तां का जदों जिक्र आउंदा है, बसंत, ग्रीखम, बरखा, हिमकर, ससियर ते सरद रुत का जिक्र आउंदा। तो खैर मेरे सतगुरु बख्शिश करते हैं ये उदाहरण दे के, विसवे चस्सियां घड़ियां पहरां थित्ती वारी माहवा। आ सिरजना बनी मालक वाहिगुरू दी। हर एक चीज़ काल दे विच वजी हुई है। मैं कई बार कहा करदा 2 चीज़ां तो कोई अछूता नहीं है। कोई हिंदू होए ठीक है, हिंदू दीयां रस्मां वखरियां होणगियां, मुसलमान दीयां वखरियां होणगियां, सिख दी मर्यादा वखरी होएगी, पर 2 चीज़ां सब कोल सांझियां ने। किहड़ियां? काल भी सांझ है ते अकाल भी सांझ है। वो रब दे नां ते जिन्ना मर्जी लड़ी जाइए वो गल वखरी है। काल भी सांझ है शरीर के रूप अंदर, तो जे सत्ता नाल शरीर चल रहा है वो अकाल भी सांझ है, वह फर्क नहीं है। ताई साहब ने कहा अवल अल्लाह नूर पाया कुदरत के सब बंदे, एक नूर ते सब जग उपजया कौन भले को मंदे। 2 चीज़ां सांझियां मिलणगियां। अज आए सन गुरु नानक साहब नूं पुछण फूल किताब, क्योंकि इस्लामी जगत अंदर किताब शब्द बड़ा सत्कार वाला है। वो अपने धार्मिक पुस्तकां नूं किताब कहते हैं, उन्हां दी शब्दावली है। आपां पोथी साहब कहने आ, गुटका साहब कहने। खैर जदों मसला आया गुरु नानक साहब कोल भी दसो पुछण फूल किताब नूं वड्डा हिंदू के मुसलमानोई, बाबा आखे हाजियां, भाई गुरदास जी गवाही भरदे ने। शुभ अमलां बाजों दोनों रोई, हिंदू मुसलमान दोए दरगाह अंदर लैन ना ढोई। जिहड़े धर्म के नां ते लड़ते हैं ना, रब के नां ते दरगाह च ढोई नहीं मिलती। साजन कदे ना लड़े, जनूनी ना होए सिख। मैं बेनती करा धर्म के नां ते जनूनी ना होया करिए, फिर बड़ा मुश्किल होएगा। फिर धर्म जनूनियां दे लागे धर्म तैश विच कित्थों धर्म आ जाना।
ਨਾ ਐਸ਼ ਵੀ ਚਾਹੁੰਦੇ। ਤੋ ਸਿੱਖ ਜਨੂਨੀ ਨਾ ਹੋਇਆ, ਅਸੀਂ ਬੜੀ ਛੇਤੀ ਜਨੂਨੀ ਕਰ ਦਿੰਦੇ ਹਾਂ। ਲਓ ਜੀ, ਸਿੱਖਾਂ ਨੇ ਇੱਦਾਂ ਖੰਡੇ ਖੜਕਾਏ, ਇੱਦਾਂ ਖੜਕਾਏ, ਫਿਰ ਆਪਾਂ ਇੱਥੇ ਵੀ ਖੜਕਾਉਣ ਲੱਗ ਪਏ। ਸਮੇਂ ਸਮੇਂ ਦੀ ਖੈਰ ਉਹ ਵੀ ਜ਼ਰੂਰੀ ਹੈ। ਚੂੰਕਾਰ ਅਜ ਹਮਾਹਿਲ ਤੇ ਦਰ ਗੁਜਸਤ ਹਲਾਲ ਅਸਤ ਗੁਰਦਨ ਬਾ ਸ਼ਮਸ਼ੀਰ ਦਸ। ਪਰ ਇਹ ਨਾ ਹੋਏ ਕੋਈ ਸਾਨੂੰ ਇੰਨਾ ਕੁ ਜਨੂਨੀ ਕਰਦਾ ਹੈ, ਸਾਨੂੰ ਵਰਤੀ ਲੈ ਜਨੂਨੀ ਕਰਕੇ ਨਾ। ਗੁਰੂ ਕਾ ਸਿੱਖ ਸੋਝੀ ਵਾਲਾ ਹੈ, ਗੁਰੂ ਕਾ ਸਿੱਖ ਸਹਿਜ ਵਾਲਾ ਹੈ, ਗੁਰੂ ਕਾ ਸਿੱਖ ਵਿਵੇਕ ਵਾਲਾ ਹੈ। ਗੁਰਮੁਖ ਪਿਆਰੇ ਬਣਿਆ ਹੋਇਆ ਇਹ ਤੇ ਸਹਿਜ ਬੜੇ ਲੰਬੇ ਸਮੇਂ ਤੋਂ ਤੁਰਿਆ ਰਿਹਾ। ਕਰਨ ਬਖੀਲੀ ਆਪ ਦੇ ਵਿੱਚ ਰਾਮ ਰਹੀਮ ਇੱਕ ਥਾਂਏ ਖਲੋਈ। ਫਰਕ ਇਹਦਾ ਹੈ, ਰਾਮ ਰਹੀਮ ਨਾਂ ਦਾ ਫਰਕ ਹੈ। ਜਦੋਂ ਬਾਣੀ 'ਚ ਰਾਮ ਦੀ ਗੱਲ ਆਈ ਹੈ, ਬਾਣੀ 'ਚ ਰਹੀਮ ਦੀ ਗੱਲ ਆਈ ਹੈ, ਅੱਲਾ ਦੀ ਗੱਲ ਆਈ ਹੈ, ਉਹ ਅੱਲਾ ਨਹੀਂ ਜਿਹੜਾ 7ਵੇਂ ਥਾਂ ਤੇ ਬੈਠਾ ਆਕਾਸ਼ ਵਿੱਚ, ਉਹ ਰਾਮ ਨਹੀਂ ਜਿਹੜਾ ਇੱਕ ਥਾਂ ਤੇ ਬੈਠਾ ਹੋਇਆ, ਉਹ ਉਸ ਦੀ ਗੱਲ ਆਈ ਹੈ ਜੋ ਰਮਿਆ ਹੋਇਆ। ਇੱਕ ਓਂਕਾਰ ਦੀ ਗੱਲ ਹੈ। ਕਬੀਰ ਰਾਮ ਕਹਿਨ ਮੈਂ ਭੇਦ ਹੈ, ਤਉ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹੈ ਸੋਈ ਕਉਤਕਾਰ। ਇਹ ਵੀ ਭੇਦ ਹੈ। ਗੱਲ ਆਪਾਂ ਅਗਵਾਈ ਕਿਹਦੀ ਲੈ ਰਹੇ, ਫੋਲੋ ਕਿਹਨੂੰ ਕਰ ਰਹੇ? ਗੁਰੂ ਕਾ ਪਿਆਰਾ ਰਾਮ ਨੂੰ। ਜਿਵੇਂ ਕੋਈ ਹੌਸਪੀਟਲ ਦੇ ਸਾਈਨ ਨੂੰ ਫੋਲੋ ਕਰਦਾ ਜਾਂਦਾ ਹੈ, ਕਰਦਾ ਜਾਂਦਾ ਹੈ, ਕਰਦਾ ਜਾਂਦਾ, ਫਿਰ ਕੀ ਆ ਜਾਂਦਾ? ਹੌਸਪੀਟਲ ਆ ਜਾਂਦਾ। ਕੋਈ ਬੱਸ ਸਟਾਪ ਦੇ ਸਾਈਨ ਨੂੰ ਫੋਲੋ ਕਰਦਾ ਗਿਆ, ਕਿੱਥੇ ਪਹੁੰਚ ਗਿਆ? 17 ਪਹੁੰਚ ਗਿਆ। ਕੋਈ ਸ਼ਬਦ ਨੂੰ ਫੋਲੋ ਕਰਦਾ ਜਾਏ ਨਾ, ਬਾਣੀ ਨੂੰ, ਗੁਰੂ ਨੂੰ, ਤੇ ਕਿੱਥੇ ਪਹੁੰਚ ਜਾਂਦਾ ਹੈ? ਇੱਕ ਓਂਕਾਰ ਤੱਕ ਕਿੱਥੇ ਪਹੁੰਚ ਜਾਂਦਾ ਹੈ? ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਤੋ ਭਾਈ ਗੁਰਦਾਸ ਜੀ ਕਹਿੰਦੇ ਨੇ, ਸਾਹਿਬ ਨੇ ਬਚਨ ਆਖੇ ਸਨ, ਕੱਚਾ ਰੰਗ ਕਸੁੰਭ ਦਾ। ਇਹ ਕੱਚੀਆਂ ਗੱਲਾਂ ਨੇ, ਧਰਮੀ ਕਦੇ ਨਹੀਂ ਇਸ ਪਾਸੇ ਵੱਲ ਤੁਰਦਾ। ਕੱਚਾ ਰੰਗ ਕਸੁੰਭ ਦਾ, ਪਾਣੀ ਧੋਤਾ ਥਿਰ ਨਾ ਰੋਈ। ਕਰਨ ਬਖੀਲੀ ਆਪ ਦੇ ਵਿੱਚ ਰਾਮ ਰਹੀਮ ਇੱਕ ਥਾਂਏ ਖਲੋਈ। ਰਾਹ ਸ਼ੈਤਾਨੀ ਦੁਨੀਆ ਗੋਈ। ਇਹ ਸ਼ੈਤਾਨ ਦਾ ਰਾਹ ਹੈ, ਰੱਬ ਦੇ ਨਾਂ ਤੇ ਝਗੜਦਾ, ਨਾਵਾਂ ਦੇ ਨਾਂ ਤੇ ਝਗੜਦਾ। ਤੇ 2 ਧੜੇ ਤੇ ਧੜੇ 4 ਧੜੇ ਸਾਡੇ 'ਚ ਹੀ ਨਾ ਕਦੇ ਬਣ ਜਾਣ, ਬਚੇ ਰਹੀਏ ਸਾਰੇ ਆਪਾਂ ਗੁਰੂ ਸ਼ਬਦ ਦੇ ਚਰਨਾਂ ਨੂੰ। ਠੀਕ ਹੈ, ਕੋਈ ਕਥਾ ਸੁਣਾ ਗਿਆ, ਕੋਈ ਕੀਰਤਨ ਸੁਣਾ ਗਿਆ, ਕੋਈ ਗੁਰੂ ਦੀ ਮਹਿਮਾ ਮੁਬਾਰਕ ਹੈ ਗੁਰਮੁਖੋ, ਪਰ ਧਿਆਨ ਸਾਡਾ ਸ਼ਬਦ ਵੱਲ ਰਹੇ, ਬਾਣੀ ਵੱਲ ਰਹੇ। ਖੈਰ, ਤੋ ਮੇਰੇ ਗੁਰਦੇਵ ਆਖਦੇ ਨੇ, ਇਹ ਕਾਲ ਦੀ ਖੇਡ ਤੇ ਅਕਾਲ ਦੀ ਖੇਡ। ਵਿਸਵੇ ਚਸਿਆਂ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਂ ਹੋਆ। ਫਿਰ ਸਾਹਿਬ ਕਹਿੰਦੇ, ਸੂਰਜ ਏਕੋ ਰੁੱਤ ਅਨੇਕ। ਸੂਰਜ ਇੱਕ ਹੈ, ਸੂਰਜ ਇੱਕ ਤੋਂ ਕਿੰਨੀਆਂ ਰੁੱਤਾਂ ਬਣ ਗਈਆਂ। ਬਦਲ ਰਹੀ ਹੈ ਨਾ ਸਾਡੀ ਰੁੱਤ। ਸੂਰਜ ਜਾਂ ਧਰਤੀ ਦਾ ਐਂਗਲ ਬਦਲ ਗਿਆ, ਜੋ ਸੂਰਜ ਜੋ ਵਰਜੀ ਕਹਿ ਲਈ, ਧਰਤੀ ਪਰਿਕਰਮਾ ਕਰਦੀ ਹੈ ਸੂਰਜ ਦੀ। ਖੈਰ, ਹੋਇਆ ਤੇ ਸੂਰਜ ਦੇ ਕਰਕੇ ਹੈ। ਹੁਣ ਰੁੱਤ ਬਦਲ ਗਈ, ਸਰਦੀ ਆ ਗਈ। ਇਹੀ ਧਰਤੀ ਵੇਖੋ, ਇੱਥੇ ਕਿੱਡਾ ਚਰਜ ਹੈ ਮਾਲਕ ਦਾ। ਇੱਥੇ ਬੈਠੇ ਹੋਣਾ ਹੈ ਤੇ ਆਪਾਂ ਕੋਟੀਆਂ ਪਾ ਲੈਂਦੇ ਹਾਂ, ਇੱਥੇ ਬੈਠੇ ਹੁੰਦੇ ਹਾਂ, ਏਸੀ ਲਾ ਲੈਂਦੇ ਹਾਂ। ਕਿੱਡੀ ਵਿਚਿੱਤਰਤਾ ਹੈ। ਰੁੱਤਾਂ ਬਦਲ ਗਈਆਂ। ਪਰ ਗੁਰਮੁਖ ਪਿਆਰਿਓ, ਬਹੁਤ ਵੱਡੀ ਗੱਲ ਹੋਏਗੀ ਕਿਸੇ ਦਾ ਜੀਵਨ ਬਦਲ ਜਾਏ। ਰੁੱਤਾਂ ਬਦਲ ਗਈਆਂ, ਮਹੀਨੇ ਬਦਲ ਗਏ, ਕੈਲੰਡਰ ਬਦਲ ਗਏ, ਤਰੀਕਾਂ ਬਦਲ ਗਈਆਂ, ਅਸੀਂ ਨਹੀਂ ਬਦਲੇ, ਫਿਰ ਤੇ ਬੜੀ ਮੁਸ਼ਕਲ ਹੋਏਗੀ। ਹੁਣ ਬਦਲ ਹੀ ਜਾਣਾ ਸ਼ਾਇਦ ਅੱਗੇ ਕੈਲੰਡਰ। ਆਪਾਂ ਕਹਿਣਾ 2022 ਆ ਗਿਆ। ਨਵਾਂਪਨ ਉਦੋਂ ਹੈ ਜਦੋਂ ਗੁਰੂ ਦੀ ਕਲਾ, ਸਤਿਗੁਰ ਕਹਿ ਜਨਮੈ ਗਵਨ ਮਿਟਾਇਆ। ਜਦੋਂ ਇਹ ਕਲਾ ਗੁਰੂ ਦੀ ਵਰਦੀ ਹੈ, ਸ਼ਬਦ ਦੀ, ਜਦੋਂ ਗੁਰੂ ਕਾ ਸ਼ਬਦ ਜੀਵਨ ਦੇ ਅੰਦਰ ਆਧਾਰ ਬਣ ਜਾਂਦਾ, ਗੁਰੂ ਕੇ ਸ਼ਬਦ ਦੇ ਨਾਲ ਮਨ ਜੁੜ ਜਾਂਦਾ, ਚੋਟ ਵੱਜ ਜਾਂਦੀ ਹੈ ਸ਼ਬਦ ਦੀ। ਤੋ ਮੇਰੇ ਸਾਹਿਬ ਬਖਸ਼ਿਸ਼ ਕਰਦੇ ਨੇ, ਸੂਰਜ ਏਕੋ ਰੁੱਤ ਅਨੇਕ। ਅਨੇਕਾਂ ਰੁੱਤਾਂ ਨੇ। ਇਸੇ ਤਰ੍ਹਾਂ ਨਾਨਕ ਕਰਤੇ ਕੇ ਕੇਤੇ ਵੇਸ। ਇਸੇ ਤਰ੍ਹਾਂ ਕਰਤਾ ਇੱਕ ਹੈ, ਜੋਤ ਰੂਪ ਅੰਦਰ ਵੇਸ। ਬੜੇ ਮੈਂ ਪਹਿਲੋਂ ਬੇਨਤੀ ਕੀਤੀ, ਇਸ ਅਨੇਕਤਾ ਵਿੱਚ ਏਕਤਾ ਛਿਪੀ ਹੈ। ਤਾਂ ਹੀ ਸਿੱਖ ਲੰਗਰ ਲੈ ਕੇ ਤੁਰ ਪੈਂਦਾ ਹੈ। ਉਹ ਇਹ ਨਹੀਂ ਵੇਂਦਾ ਵੀ ਇਹ ਮੈਨੂੰ ਦੇਣਾ, ਇਹਨੂੰ ਦੇਣਾ। ਨਹੀਂ, ਭਾਈ ਕਨ੍ਹਈਆ ਜੀ ਸਾਰਾ ਅੱਜ ਵੀ ਆਪਾਂ ਵੇਖਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ। ਸਰਬੱਤ ਕੀ ਹੈ? ਅਨੇਕਤਾ ਹੈ।
ਸਰਬੱਤ ਕੀ ਹੈ? ਜਿੰਨਾ ਆਕਾਰ ਹੈ ਸਰਬੱਤ ਹੈ, ਜਿੰਨਾ ਆਕਾਰ ਹੈ ਉਹ ਸਰਬੱਤ 'ਚ ਹੀ ਆ। ਇਕੱਲੇ ਬੰਦੇ ਨਹੀਂ ਆਉਂਦੇ, ਜਾਨਵਰ ਵੀ ਆ ਜਾਂਦੇ ਨੇ, ਰੁੱਖ ਵੀ ਆ ਜਾਂਦੇ ਨੇ। ਮੈਂ ਕਹਿੰਦਾ ਜਿੱਥੇ ਸਰਬੱਤ ਸ਼ਬਦ ਆ ਗਿਆ ਉੱਥੇ ਕੋਈ ਬਚਦਾ ਹੀ ਨਹੀਂ ਹੈ ਸਿੱਖ ਦੀ ਅਰਦਾਸ ਵਿੱਚ। ਤਾਂ ਕਿਹਨੂੰ ਸਾਹਮਣੇ ਰੱਖਿਆ ਸਿੱਖ ਨੇ? ਉਸ ਮਾਲਕ ਵਾਹਿਗੁਰੂ ਅਕਾਲ ਪੁਰਖ ਦੀ ਸੱਤਾ ਸਭ ਦੇ ਵਿੱਚ ਵਰਦੀ ਹੈ। ਇਹਨੂੰ ਕਦ ਜਿਹੜਾ ਇਸ ਜੀਵਨ ਨੂੰ ਇਸ ਤਰੀਕੇ ਨਾਲ, ਇਸ ਆਧਾਰ, ਇਸ ਨਜ਼ਰੀਏ ਨਾਲ ਜਿਉਂਦਾ ਹੈ ਗੁਰਮੁਖੋ, ਉਹ ਕਦੇ ਸ਼ਰਈ ਨਹੀਂ ਬਣਦਾ। ਉਹ ਧਰਮ ਦੇ ਨਾਂ 'ਤੇ ਗਾਲਾਂ ਵੀ ਨਹੀਂ ਕੱਢਦਾ, ਗਲੇ ਵੀ ਨਹੀਂ ਕੱਟਦਾ। ਮੈਨੂੰ ਕਹਿਣ ਦੇਣਾ, ਉਹ ਕਦੇ ਨਹੀਂ ਤੁਰੇਗਾ ਇਸ ਰਾਹ 'ਤੇ। ਜਿਹਨੂੰ ਇਸ ਬੋਧ ਦਾ ਜੀਵਨ ਜਿਹੜਾ ਸਤਿਗੁਰੂ ਸਮਝਾ ਰਹੇ ਨੇ ਸਾਨੂੰ, ਕਿੰਨੀ ਬਰੀਕ ਮੱਤ ਹੈ ਸਤਿਗੁਰੂ ਨੇ ਸਾਨੂੰ ਬਖਸ਼ੀ ਹੈ। ਪਰ ਮੈਨੂੰ ਕਹਿਣ ਦੇਣਾ, ਕਈ ਵਾਰ ਪੜ੍ਹਦਿਆਂ ਪੜ੍ਹਦਿਆਂ ਜ਼ਿੰਦਗੀ ਲੰਘ ਜਾਂਦੀ। ਤੁਰਦੇ ਗਏ, ਰੁਕੇ ਨਹੀਂ ਸਾਜਾਂ ਨੇ। ਇੱਕ ਵੀ ਖਿੰਨ ਜੀਵਨ 'ਚ ਬਣ ਗਿਆ, ਸਾਡੀ ਸੁਰਤ ਸ਼ਬਦ 'ਤੇ ਠਹਿਰ ਗਈ, ਜੀਵਨ ਦਾ ਉਦਣ ਹੀ ਭਾਰ ਉਤਾਰਾ ਹੋ ਜਾਣਾ। ਤੋ ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਸਾਹਿਬ ਕਹਿੰਦੇ ਜਿੰਨੇ ਵੇਸ ਨੇ ਇਹ ਮੇਰੇ ਕਰਤੇ ਮਾਲਕ। ਮੈਨੂੰ ਕੀ ਹੱਕ ਹੈ? ਬਾਬਾ ਫਰੀਦ ਜੀ ਦਾ ਬੋਲ ਕਿਉਂ ਭੁੱਲਦੇ ਆ? ਫਰੀਦਾ ਬਾਬਾ ਫਰੀਦ ਜੀ ਨੇ ਕਿਹਾ, ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ, ਜੇ ਤੋ ਪਿਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀਦਾ। ਸਿੱਖ ਦਾ ਅਰਥ ਹੁੰਦਾ ਤਾਂਗ, ਤਲਬ। ਬਾਬਾ ਫਰੀਦ ਜੀ ਕਹਿੰਦੇ ਜੇ ਤੈਨੂੰ ਪਿਆਰੇ ਦੀ ਤਲਬ ਹੈ, ਯਾਦ ਰੱਖੀ ਹਰੇਕ ਦੇ ਦਿਲ ਵਿੱਚ ਉਹ ਵਸਦਾ, ਤੋੜੀ ਨਾ ਫਿਰ, ਇਹ ਨਾ ਤੋੜੀ। ਉਹ ਆਉਂਦਾ ਹੈ ਨਾ ਲਿਖਿਆ ਹੋਇਆ, ਖੈਰ ਉੱਥੇ ਮੰਦਰ ਮਸਜਿਦ ਦੀ ਗੱਲ ਚਲੋ ਛੱਡੋ, ਉਹ ਲਿਖਿਆ ਹੁੰਦਾ ਜੋ ਵੀ ਢਾਉਂਦਾ ਢਾ ਦੇ, ਪਰ ਬੁਲਿਆ ਕਿਸੇ ਦਾ ਦਿਲ ਨਾ ਢਾਈ, ਰੱਬ ਦਿਲਾਂ ਵਿੱਚ ਰਹਿੰਦਾ। ਸੋ ਸਾਰੇ ਵੇਸ ਨੇ, ਸਾਰਿਆਂ ਦੇ ਵਿੱਚ ਕਰਤਾ ਇੱਕੋ ਹੀ ਜੋਤ ਰੂਪ ਦੇ ਅੰਦਰ ਮੌਜੂਦ ਹੈ। ਗੁਰ ਕਿਰਪਾ ਕਰਨ, ਇਸ ਅਨੇਕਤਾ ਵਿੱਚੋਂ ਜਦੋਂ ਆਪਾਂ ਇੱਕ ਨਾਲ ਜੁੜਦੇ ਫਿਰ ਅਨੇਕਤਾ ਬੜੀ ਚੰਗੀ ਲੱਗਦੀ, ਫਿਰ ਕੋਈ ਵਿਤਕਰਾ ਨਹੀਂ ਰਹਿ ਜਾਂਦਾ। ਫਿਰ ਗੁਰੂ ਕਾ ਪਿਆਰਾ ਸਾਰਿਆਂ ਨੂੰ ਗਲਵੱਕੜੀ 'ਚ ਲੈ ਲੈਂਦਾ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਇਹ ਅਵਸਥਾ ਜੀਵਨ 'ਚ ਬਣ ਜਾਂਦੀ ਹੈ। ਸਾਹਿਬ ਸਤਿਗੁਰ ਕਿਰਪਾ ਕਰਨ, ਦਾਸ ਕੋਲੋਂ ਵਿਚਾਰ ਕਰਦੇ ਹਾਂ, ਹੋਈਆਂ ਭੁੱਲਾਂ ਦੀ ਖਿਮਾ। ਵਾਹੇ